Hello everyone. Today I'll start my next video related to the concept, important concept of accounting. Means ਜਦੋਂ ਵੀ ਤੁਸੀਂ numerical व्यू point ਆਪਾਂ accounts ਨੂੰ ਦੇਖਦੇ ਹਾਂ ਤਾਂ ਇਹ concept ਇੱਕ important role play ਕਰਦਾ ਹੈ, ਮਤਲਬ ਕਿ golden rules of accounting ਇੱਕ rules ਹੈ ਜਿਹਦੇ ਥਰੂ ਜਿਹੜੀਆਂ ਵੀ ਆਪਾਂ ਅਕਾਊਂਟਿੰਗ ਦੀਆਂ ਡੈਬਿਟ ਔਰ ਕ੍ਰੈਡਿਟ ਐਂਟਰੀਜ਼ ਕਰਦੇ ਹਾਂ ਜਾਂ ਜਿਹੜੀ ਵੀ ਆਪਾਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹਾਂ, ਮਤਲਬ ਕੋਈ ਸੇਲ ਹੈ, ਕੋਈ ਪਰਚੇਜ਼ ਹੈ, ਕੋਈ ਖਰੀਦੀ ਹੋਈ ਚੀਜ਼ ਜਾਂ ਵੇਚੀ ਹੋਈ ਚੀਜ਼ ਹੈ, ਜਦੋਂ ਆਪਾਂ ਉਹਨੂੰ ਰਿਕਾਰਡ ਕਰਾਂਗੇ ਉਹਨੂੰ ਰਿਕਾਰਡ ਕਰਨ ਦਾ ਇੱਕ ਵੇ ਹੁੰਦਾ, ਇੱਕ ਕੰਸੈਪਟ ਔਰ ਇੱਕ ਤਰੀਕਾ ਹੁੰਦਾ ਜਿਹਦੇ ਥਰੂ ਤੁਸੀਂ ਉਹਨੂੰ ਰਿਕਾਰਡ ਕਰੋਗੇ। ਗੋਲਡਨ ਰੂਲਸ ਆਫ ਅਕਾਊਂਟਿੰਗ ਨੂੰ ਗੋਲਡਨ ਰੂਲ ਦੇ ਪੜ੍ਹਨ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਅਕਾਊਂਟਸ ਪਤਾ ਹੋਣੇ ਚਾਹੀਦੇ ਆ ਵੀ ਕਿੰਨੇ ਤਰ੍ਹਾਂ ਦੇ ਅਕਾਊਂਟ ਹੁੰਦੇ ਆ ਤਾਂ ਉਹਨੂੰ ਕਿਵੇਂ ਕਲਾਸੀਫਾਈ ਕੀਤਾ ਹੋਇਆ। टाइप्स ऑफ अकाउंट्स, देयर आर 3 टाइप्स ऑफ अकाउंट्स, पर्सनल अकाउंट, रियल अकाउंट एंड नॉमिनल अकाउंट। ठीक है, जो पर्सनल अकाउंट है उन्होंने आप पर्सनल अकाउंट ही बोलते हैं, बट जो रियल अकाउंट है उन्होंने इम्पर्सनल अकाउंट भी बोलते हैं, मतलब जिस पर्सन इन्वॉल्व नहीं होंगे। तो लैट्स इस तो बाद आप देखते हैं वन बाय वन इन्हों की डिस्कशन। सब तो फस्ट है पर्सनल अकाउंट। एज अ नेम सजैसट पर्सनल अकाउंट मीनस ਜਿਹੜਾ ਵੀ ਅਕਾਊਂਟ ਪਰਸਨਸ ਨਾਲ ਰਿਲੇਟਡ ਹੈ, ਮਤਲਬ ਜੋ ਵੀ ਹਿਊਮਨ ਬੀਇੰਗਸ ਹੈ ਉਹਨਾਂ ਨਾਲ ਰਿਲੇਟਡ ਹੈ। ਹਿਊਮਨ ਬੀਇੰਗਸ ਮੀਨਸ ਜਿਵੇਂ ਕੋਈ ਆਪਾਂ ਲੈਣ ਦੇਣ ਕਰਦੇ ਹਾਂ, ਕੋਈ ਚੀਜ਼ ਪਰਚੇਜ਼ ਕਰਦੇ ਹਾਂ, ਕੋਈ ਚੀਜ਼ ਸੇਲ ਕਰਦੇ ਹਾਂ, ਜਾਂ ਕੋਈ ਮਤਲਬ ਕਿਸੇ ਤੋਂ ਪੈਸੇ ਆਪਾਂ ਲੈਣੇ ਹੁੰਦੇ ਆ, ਕਿਸੇ ਨੂੰ ਪੈਸੇ ਦੇਣੇ ਹੁੰਦੇ, ਇਹ ਵਾਲੀਆਂ ਟ੍ਰਾਂਜੈਕਸ਼ਨ ਜਿਹੜੀਆਂ ਜਿਹਦੇ ਵਿੱਚ ਕੋਈ ਪਰਸਨ ਇਨਵੋਲਵ ਹੋਊਗਾ, ਠੀਕ ਹੈ, ਉਹ ਵਾਲੀਆਂ ਸਾਰੀਆਂ ਜੋ ਵੀ ਟ੍ਰਾਂਜੈਕਸ਼ਨਸ ਆ ਉਹ ਇਸ ਪਰਟੀਕੂਲਰ ਹੈਡ ਅੰਡਰ ਆਉਣਗੀਆਂ ਪਰਸਨਲ ਅਕਾਊਂਟ। ਸੋ ਹੁਣ ਦੇਖੋ ਪਰਸਨਲ ਅਕਾਊਂਟ ਵੀ ਅੱਗੇ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਸਭ ਤੋਂ ਫਸਟ ਹੈ ਨੈਚੁਰਲ ਪਰਸਨ ਅਕਾਊਂਟ, ਸੈਕਿੰਡ ਵਨ ਇਜ਼ ਆਰਟੀਫਿਸ਼ੀਅਲ ਪਰਸਨਲ ਅਕਾਊਂਟ, ਥਰਡ ਵਨ ਇਜ਼ ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟ। ਨੈਚੁਰਲ ਪਰਸਨ ਅਕਾਊਂਟ ਮੀਨਸ ਜਿਵੇਂ ਲਾਈਕ ਹਿਊਮਨ ਬੀਇੰਗਸ, ਜਿਵੇਂ ਜਿਹੜੇ ਵੀ ਕੋਈ ਪਰਸਨ, ਕੋਈ ਇਨਸਾਨ, ਜਿਵੇਂ ਆਪਾਂ ਗੱਲ ਕਰਦੇ ਹਾਂ ਉਹ ਵਾਲੀ ਚੀਜ਼, ਜਿਵੇਂ ਮਤਲਬ ਜੋ ਬੋਨਸ ਅਤੇ ਫਲੈਸ਼ ਦੀ ਬਣੀ ਹੁੰਦੀ ਹੈ, ਜਿਵੇਂ ਆਪਾਂ ਮਾਸ ਹੱਡੀਆਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਇੱਕ ਹਿਊਮਨ ਬੀਇੰਗ, ਜਿਵੇਂ ਆਪਾਂ ਕਹਿ ਸਕਦੇ ਹਾਂ ਰਮਨ ਅਕਾਊਂਟ, ਮਤਲਬ ਰਮਨ ਇੱਕ ਹਿਊਮਨ ਬੀਇੰਗ ਹੈ ਤਾਂ ਉਹਦਾ ਜਿਹੜਾ ਅਕਾਊਂਟ ਬਣੂਗਾ, ਉਹਦੀਆਂ ਜੋ ਵੀ ਉਹਦੇ ਨਾਲ ਜੋ ਟ੍ਰਾਂਜੈਕਸ਼ਨਸ ਕੀਤੀਆਂ ਹੋਣਗੀਆਂ ਉਹਦੇ ਰਿਲੇਟਡ ਜੋ ਅਕਾਊਂਟ ਬਣੂਗਾ ਉਹ ਨੈਚੁਰਲ ਪਰਸਨ ਅਕਾਊਂਟ ਹੋਊਗਾ। ਮਤਲਬ ਨੈਚੁਰਲ ਪਰਸਨ ਜਿਹੜਾ ਵੀ ਰੱਬ ਦੁਆਰਾ ਬਣਾਇਆ ਹੋਇਆ ਇਨਸਾਨ ਆ ਉਹਦੇ ਰਿਲੇਟਡ ਜਿਹੜੀ ਟ੍ਰਾਂਜੈਕਸ਼ਨ ਹੈ ਉਹ ਨੈਚੁਰਲ ਪਰਸਨ ਅੰਡਰ ਆਊਗੀ, ਜਿਵੇਂ ਕਿ ਰਾਮ ਅਕਾਊਂਟ ਹੋ ਗਿਆ, ਸ਼ਾਮ ਅਕਾਊਂਟ ਹੋ ਗਿਆ, ਤਾਂ ਇਹ ਸਾਰਾ। ਨੈਕਸਟ ਵਨ ਇਜ਼ ਆਰਟੀਫਿਸ਼ੀਅਲ ਪਰਸਨ। ਹੁਣ ਦੇਖੋ ਆਰਟੀਫਿਸ਼ੀਅਲ ਪਰਸਨ ਕਿਹੜੇ ਹੁੰਦੇ ਆ, ਪਰਸਨ ਤਾਂ ਇੱਕ ਹੀ ਹੁੰਦਾ, ਮਤਲਬ ਹਿਊਮਨ ਬੀਇੰਗ ਆਪਾਂ ਕਹਿੰਦੇ ਹਾਂ, ਬਟ ਆਰਟੀਫਿਸ਼ੀਅਲ ਪਰਸਨ ਉਹ ਵਾਲੇ ਪਰਸਨ ਜਿਹੜੇ ਲਾਅ ਦੁਆਰਾ ਕ੍ਰੀਏਟ ਕੀਤੇ ਜਾਂਦੇ, ਕ੍ਰੀਏਟਡ ਬਾਏ ਲਾਅ। ਜਿਵੇਂ ਆਪਾਂ ਕਹਿੰਦੇ ਹਾਂ ਕੰਪਨੀਜ਼ ਐਕਟ। ਦੇਖੋ ਕਈ ਜਿਵੇਂ ਹੁਣ ਕੋਈ ਪਰਟੀਕੂਲਰ ਐਕਟ ਬਣਦਾ ਜਾਂ ਆਪਾਂ ਕਿਸੇ ਸੰਸਥਾ ਦੀ ਜਾਂ ਕਿਸੇ ਅਦਾਰੇ ਦੀ ਗੱਲ ਕਰਦੇ ਹਾਂ, ਜਿਵੇਂ ਕੋਈ ਸਕੂਲ ਆ, ਠੀਕ ਹੈ, ਸਕੂਲ ਦੀ ਜਿਹੜੀ ਵੀ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ, ਜਦੋਂ ਕਿਸੇ ਤੋਂ ਪੈਸੇ ਲੈਣੇ ਹੁੰਦੇ, ਦੇਣੇ ਹੁੰਦੇ, ਤਾਂ ਉੱਥੇ ਸਕੂਲ ਦੀ ਸਟੈਂਪ ਯੂਜ਼ ਕੀਤੀ ਜਾਂਦੀ ਹੈ। ਮਤਲਬ ਕਿ ਉਹ ਖੁਦ ਤਾਂ ਇੱਕ ਹਿਊਮਨ ਬੀਇੰਗ ਨਹੀਂ ਹੈ, ਉਹਦੀ ਸਟੈਂਪ ਜਸਟ ਉਹਦਾ ਇੱਕ ਨਾਮ ਚੱਲ ਰਿਹਾ, ਮਤਲਬ ਉਹ ਇੱਕ ਆਰਟੀਫਿਸ਼ੀਅਲ ਪਰਸਨ ਹੈ ਤਾਂ ਮਤਲਬ ਕਿ ਉਹ ਸਾਰੀਆਂ ਟ੍ਰਾਂਜੈਕਸ਼ਨ ਉਹਦੇ ਥਰੂ ਹੁੰਦੀਆਂ, ਮਤਲਬ ਉਹ ਪਰਟੀਕੂਲਰ ਸਟੈਂਪ ਜਾਂ ਜਿਹੜੀ ਕਾਮਨ ਸੀਲ ਹੈ ਉਹਦੇ ਥਰੂ ਸਾਰੀਆਂ ਟ੍ਰਾਂਜੈਕਸ਼ਨ ਹੁੰਦੀਆਂ, ਪਰ ਉਹ ਐਕਚੁਅਲ 'ਚ ਹਿਊਮਨ ਬੀਇੰਗ ਨਹੀਂ ਹੈ, ਮਤਲਬ ਉਹਦੀ ਆਪਦੀ ਕੋਈ ਵਜੂਦ ਨਹੀਂ ਹੈ, ਉਹ ਕ੍ਰੀਏਟ ਕੀਤੀ ਗਈ ਹੈ ਬਾਏ ਲਾਅ, ਮਤਲਬ ਕਾਨੂੰਨ ਦੁਆਰਾ ਕ੍ਰੀਏਟ ਕੀਤੀ ਗਈ ਹੈ, ਜਾਂ ਪਰਸਨ ਜਿਹੜੇ ਉਹਦੇ ਵਿੱਚ ਇਨਵੋਲਵ ਆ ਉਹਨਾਂ ਦੁਆਰਾ ਕ੍ਰੀਏਟ ਕੀਤੀ ਗਈ ਹੈ। ਠੀਕ ਹੈ, ਉਹਦੇ ਰਿਲੇਟਡ ਜੋ ਵੀ ਟ੍ਰਾਂਜੈਕਸ਼ਨ ਹੁੰਦੀਆਂ ਉਹ ਆਰਟੀਫਿਸ਼ੀਅਲ ਪਰਸਨ ਆਉਣਗੀਆਂ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿਸੇ ਕੰਪਨੀ ਦਾ ਨਾਮ ਲਿਖ ਸਕਦੇ ਹਾਂ ABC ਲਿਮਟਿਡ ਅਕਾਊਂਟ, ਕਿਸੇ ਕੰਪਨੀ ਦਾ ਅਕਾਊਂਟ ਹੋ ਸਕਦਾ, ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕੰਪਨੀ ਅਕਾਊਂਟ, ਸਿੰਪਲ ਕੋਈ ਕੰਪਨੀ ਅਕਾਊਂਟ, ਜਾਂ ਕੋਈ ਵੀ ਕੰਪਨੀ ਦਾ ਨਾਮ ਆ, ਜਿਵੇਂ ਆਪਾਂ ਸੈਮਸੰਗ ਅਕਾਊਂਟ ਕਹਿੰਦੇ ਹਾਂ, ਸੈਮਸੰਗ ਦੇ ਜਿਹੜੇ ਅਕਾਊਂਟ ਹੈ ਉਹ ਮਤਲਬ ਕੋਈ ਨੈਚੁਰਲ ਹਿਊਮਨ ਬੀਇੰਗਸ ਨਹੀਂ ਹੈ, ਬਟ ਉਹ ਇੱਕ ਆਰਟੀਫਿਸ਼ੀਅਲ ਪਰਸਨਸ ਹੈ, ਮਤਲਬ ਆਰਟੀਫਿਸ਼ੀਅਲ ਪਰਸਨ ਦੀ ਹੈਡਿੰਗ ਅੰਡਰ ਆਉਂਦੇ ਆ। ਲਾਸਟ ਵਨ ਇਜ਼ ਥਰਡ ਵਨ ਇਜ਼ ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟ। ਰੀਪ੍ਰੈਜ਼ੈਂਟ ਹੁੰਦਾ ਕਿਸੇ ਨੂੰ ਸ਼ੋਅ ਕਰਨਾ, ਰੀਪ੍ਰੈਜ਼ੈਂਟ ਕਰਨਾ, ਮਤਲਬ ਕਿ ਕਿਸੇ ਦੀ ਜਗ੍ਹਾ 'ਤੇ ਕਿਸੇ ਹੋਰ ਚੀਜ਼ ਨੂੰ ਯੂਜ਼ ਕਰੇ ਜਾਣਾ, ਰੀਪ੍ਰੈਜ਼ੈਂਟ ਕਰਨਾ। ਜਿਵੇਂ ਹੁਣ ਸਪੋਜ਼ ਕਰੋ ਕੋਈ ਪਰਟੀਕੂਲਰ ਕਲਾਸ ਦੀ ਗੱਲ ਆਪਾਂ ਕਰਦੇ ਹਾਂ, ਜਿਵੇਂ ਇੱਕ ਟੀਚਰ ਉੱਥੇ ਪ੍ਰੈਜ਼ੈਂਟ ਨਹੀਂ ਹੈਗਾ ਅਤੇ ਉਹਦੀ ਜਗ੍ਹਾ 'ਤੇ ਕੋਈ ਹੋਰ ਟੀਚਰ ਆਉਂਦਾ ਹੈ ਤਾਂ ਉਹ ਉਹਨੂੰ ਰੀਪ੍ਰੈਜ਼ੈਂਟ ਕਰ ਰਿਹਾ, ਮਤਲਬ ਇੱਕ ਉਹ ਆਪ ਖੁਦ ਪ੍ਰੈਜ਼ੈਂਟ ਨਹੀਂ, ਉਹਦੀ ਜਗ੍ਹਾ 'ਤੇ ਕੋਈ ਹੋਰ ਟੀਚਰ ਉਹਨੂੰ ਰੀਪ੍ਰੈਜ਼ੈਂਟ ਕਰੂਗਾ, ਉਹਦੇ ਬਾਰੇ ਦੱਸੂਗਾ। ਅਤੇ ਰੀਪ੍ਰੈਜ਼ੈਂਟ ਪਰਸਨਲ ਅਕਾਊਂਟ ਹੈ ਜਿਹੜੇ ਇਹਨਾਂ ਦੋਨਾਂ ਅਕਾਊਂਟ ਦੀਆਂ ਟ੍ਰਾਂਜੈਕਸ਼ਨ ਨੂੰ ਰੀਪ੍ਰੈਜ਼ੈਂਟ ਕਰਦਾ, ਮਤਲਬ ਕਿ ਦੋਵਾਂ ਦੀ ਕੰਬੀਨੇਸ਼ਨ ਹੈ। ਜਿਵੇਂ ਆਪਾਂ ਕੋਈ ਗੱਲ ਕਰਦੇ ਹਾਂ ਆਊਟਸਟੈਂਡਿੰਗ ਦੀ, ਆਊਟਸਟੈਂਡਿੰਗ ਹੁੰਦਾ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਪੈਂਡਿੰਗ ਪਈਆਂ, ਕੋਈ ਵੀ ਅਮਾਊਂਟ ਪੈਂਡਿੰਗ ਆ, ਠੀਕ ਹੈ। ਹੁਣ ਇਹ ਅਮਾਊਂਟ ਪੈਂਡਿੰਗ ਆ, ਇਹਦੇ ਵਿੱਚ ਨਾ ਤਾਂ ਦੇਖੋ ਆਹ ਵਾਲੀ ਚੀਜ਼ ਯੂਜ਼ ਹੋ ਰਹੀ ਹੈ ਆਰਟੀਫਿਸ਼ੀਅਲ ਵਾਲੀ ਕੋਈ ਕੰਪਨੀ ਹੈ, ਨਾ ਕੋਈ ਪਰਸਨ ਦਾ ਨਾਮ ਆਇਆ, ਮਤਲਬ ਉਹ ਸਾਰੀਆਂ ਚੀਜ਼ਾਂ ਨਾਲ ਡੀਲਿੰਗ ਕਰਨ ਲਈ ਆਪਾਂ ਨੂੰ ਰੀਪ੍ਰੈਜ਼ੈਂਟੇਟਿਵ ਪਰਸਨਲ ਅਕਾਊਂਟ ਯੂਜ਼ ਕਰਨਾ ਪੈਂਦਾ, ਮਤਲਬ ਇਹ ਚੀਜ਼ ਰੀਪ੍ਰੈਜ਼ੈਂਟ ਕਰ ਰਹੀ ਹੈ। ਜਿਵੇਂ ਸਪੋਜ਼ ਕਰੋ ਫੋਰ ਐਗਜ਼ਾਮਪਲ 2000 ਆਊਟਸਟੈਂਡਿੰਗ ਰੈਂਟ। ਆਊਟਸਟੈਂਡਿੰਗ ਰੈਂਟ ਹੁੰਦਾ ਮਤਲਬ ਜਿਹੜੇ ਪੈਸੇ ਮੈਂ ਹਜੇ ਪੇ ਨਹੀਂ ਕੀਤੇ, ਠੀਕ ਹੈ। ਹੁਣ 2000 ਦਾ ਰੈਂਟ ਹੈ ਜਿਹੜਾ ਆਊਟਸਟੈਂਡਿੰਗ ਹੈ, ਜਿਹੜਾ ਹਜੇ ਮੈਂ ਪੇ ਕਰਨਾ ਹੈ। ਹੁਣ ਇਹ ਚੀਜ਼ ਦੇਖੋ ਦੇਖਿਆ ਜਾਵੇ ਵੈਸੇ ਐਕਸਪੈਂਸ ਨੂੰ ਰੀਪ੍ਰੈਜ਼ੈਂਟ ਕਰ ਰਹੀ ਹੈ,
ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰਦੀ ਆ, ਠੀਕ ਹੈ। ਇਹ 'ਚ ਹੁਣ ਓਬਵੀਅਸਲੀ ਕੋਈ ਪਰਸਨ ਜਾਂ ਕੋਈ ਕੰਪਨੀ ਇਨਵੋਲਵ ਹੋਊਗੀ, ਠੀਕ ਹੈ। ਤੇ ਜਿਹੜਾ ਰੈਂਟ ਆਊਟਸਟੈਂਡਿੰਗ ਚੀਜ਼ ਆ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਰੈਂਟ ਨੂੰ, ਤਾਂ ਉਸ ਸਾਰੀਆਂ ਟ੍ਰਾਂਜੈਕਸ਼ਨ ਨੂੰ ਆਪਾਂ ਇਹਦੇ ਵਿੱਚ ਰਿਕਾਰਡ ਕਰਾਂਗੇ ਰਿਪਰੈਜ਼ੈਂਟੇਟਿਵ ਦੇ ਵਿੱਚ। ਉਹ ਮੈਂ ਤੁਹਾਨੂੰ ਰੂਲਸ ਦੱਸੂਗੀ, ਉਹਦੇ ਅਕੋਰਡਿੰਗ ਤੁਹਾਨੂੰ ਕਲੀਅਰ ਹੋ ਜਾਊਗਾ, ਠੀਕ ਹੈ। ਇਹ ਸਾਰਾ ਸੀ ਤੁਹਾਡਾ ਫਸਟ ਅਕਾਊਂਟ ਪਰਸਨਲ ਅਕਾਊਂਟ। ਨੈਕਸਟ ਅਕਾਊਂਟ ਇਜ਼ ਰੀਅਲ ਅਕਾਊਂਟ। ਰੀਅਲ ਅਕਾਊਂਟ ਦੇਖੋ, ਰੀਅਲ ਅਕਾਊਂਟ ਉਹ ਵਾਲਾ ਅਕਾਊਂਟ ਜਿਹੜਾ ਐਸੈਟਸ ਨਾਲ ਰਿਲੇਟਡ ਹੁੰਦਾ, ਮਤਲਬ ਕਿ ਜਿਹੜਾ ਤੁਹਾਡੀ ਬਿਜ਼ਨਸ ਦੀ ਪ੍ਰੋਪਰਟੀ ਨਾਲ ਰਿਲੇਟਡ ਹੋਊਗਾ, ਜੋ ਬਿਜ਼ਨਸ ਦੀਆਂ ਤੁਹਾਡੀਆਂ ਐਸੈਟਸ ਹੈ ਉਹਨਾਂ ਨਾਲ ਰਿਲੇਟਡ ਹੈ, ਠੀਕ ਹੈ। ਜਿਹੜਾ ਰੀਅਲ ਅਕਾਊਂਟ ਹੈ ਉਹ ਵੀ ਅੱਗੇ ਦੋ ਪਾਰਟਸ ਵਿੱਚ ਆਪਾਂ ਡਿਵਾਈਡ ਕਰਦੇ ਹਾਂ, ਜਿਵੇਂ ਕਿ ਆਪਾਂ ਐਸੈਟਸ ਨੂੰ ਡਿਵਾਈਡ ਕਰਦੇ ਹਾਂ। ਰੀਅਲ ਅਕਾਊਂਟ 'ਚ ਆ ਗਈਆਂ ਟੈਂਜੀਬਲ ਐਸੈਟਸ ਔਰ ਇਨਟੈਂਜੀਬਲ ਐਸੈਟਸ, ਠੀਕ ਹੈ। ਟੈਂਜੀਬਲ ਐਸੈਟਸ ਉਹ ਹੈ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ, ਟੱਚ ਕਰ ਸਕਦੇ ਹੋ, ਤਾਂ ਜਾਂ ਮਤਲਬ ਫੀਲ ਵੀ ਕਰ ਸਕਦੇ ਹੋ ਓਬਵੀਅਸਲੀ। ਤਾਂ ਟੈਂਜੀਬਲ ਐਸੈਟਸ ਇਹ 'ਚ ਆਉਣਗੀਆਂ ਜਿਵੇਂ ਲੈਂਡ, ਬਿਲਡਿੰਗ, ਜਿਹੜੀ ਵੀ ਕੋਈ ਚੀਜ਼ ਐਸੈਟਸ ਨਾਲ ਰਿਲੇਟਡ ਹੈ, ਜਿਵੇਂ ਕਿ ਆਪਾਂ ਕੋਈ ਚੀਜ਼ ਖਰੀਦੀ, ਜਿਵੇਂ ਪਰਚੇਜ਼ ਆਫ ਮਸ਼ੀਨਰੀ, ਠੀਕ ਹੈ। ਉਹਦੇ 'ਚ ਪਰਸਨ ਜੇ ਇਨਵੋਲਵ ਆ ਤਾਂ ਇਹ ਦੋਨੇ ਅਕਾਊਂਟ ਨੂੰ ਮਿਕਸ ਕਰਕੇ ਐਂਟਰੀ ਬਣੂਗੀ, ਠੀਕ ਹੈ। ਜਿਵੇਂ ਉਹ ਆ ਗਿਆ 'ਚ ਰੀਅਲ ਅਕਾਊਂਟ ਦੇ ਵਿੱਚ। ਰੀਅਲ ਅਕਾਊਂਟ ਐਸੈਟਸ ਨਾਲ ਰਿਲੇਟਡ ਹੈ। ਐਸੈਟਸ ਕੋਈ ਵੀ ਹੋ ਸਕਦੀਆਂ, ਭਾਵੇਂ ਉਹ ਫਿਕਸਡ ਐਸੈਟਸ ਹੈ ਲਾਈਕ ਲੈਂਡ, ਬਿਲਡਿੰਗ, ਫਰਨੀਚਰ, ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਔਰ ਇਨਟੈਂਜੀਬਲ ਐਸੈਟਸ ਜਿਨ੍ਹਾਂ ਨੂੰ ਤੁਸੀਂ ਟੱਚ ਨਹੀਂ ਕਰ ਸਕਦੇ, ਤੁਸੀਂ ਦੇਖ ਨਹੀਂ ਸਕਦੇ, ਜਸਟ ਤੁਸੀਂ ਫੀਲ ਕਰ ਸਕਦੇ ਹੋ, ਜਿਵੇਂ ਗੁੱਡਵਿਲ ਇੱਕ ਰੈਪੂਟੇਸ਼ਨ ਹੁੰਦੀ ਹੈ ਬਿਜ਼ਨਸ ਦੀ, ਉਹ ਟੱਚ ਨਹੀਂ ਕੀਤੀ ਜਾ ਸਕਦੀ, ਜਸਟ ਉਹਨੂੰ ਤੁਸੀਂ ਫੀਲ ਕਰ ਸਕਦੇ ਹੋ, ਠੀਕ ਹੈ। ਜਿਵੇਂ ਹੋ ਗਿਆ ਕਾਪੀਰਾਈਟ ਤੁਹਾਨੂੰ ਸਟਾਰਟਿੰਗ 'ਤੇ ਦੱਸਿਆ ਗਿਆ ਸੀ, ਜਿਵੇਂ ਆਪਾਂ ਕੋਈ ਵੀ ਤੁਸੀਂ ਕੰਮ ਕਰਦੇ ਹੋ, ਸਪੋਜ਼ ਕੋਈ ਨੋਟਸ ਬਣਾਏ ਹੈ ਮੈਂ, ਠੀਕ ਹੈ, ਆਪਦੇ ਪਰਟੀਕੂਲਰ ਸਬਜੈਕਟ ਦੇ, ਉਹਦੇ ਉੱਪਰ ਮੈਂ ਥੋੜ੍ਹੇ ਬੋਲਡ ਲੈਟਰਸ ਦੇ ਵਿੱਚ, ਵੱਡੇ ਵੱਡੇ ਅੱਖਰਾਂ ਦੇ ਵਿੱਚ ਆਪਣਾ ਕੁਛ ਉੱਤੇ ਨੇਮ ਅਨਗਰੇਵ ਕਰ ਦਿੰਦੀ ਹਾਂ, ਮਤਲਬ ਉਹ ਨੇਮ ਲਿਖ ਦਿੰਦੀ ਹਾਂ, ਤਾਂ ਉਹ ਮੇਰਾ ਕਾਪੀਰਾਈਟ ਹੋ ਜਾਂਦਾ। ਮਤਲਬ ਵੀ ਮੇਰੀ ਉਹ ਵਾਲੀ ਪਰਟੀਕੂਲਰ ਜੋ ਵੀ ਮੇਰੀ ਚੀਜ਼ ਹੈ ਉਹਨੂੰ ਕੋਈ ਹੋਰ ਨਹੀਂ ਯੂਜ਼ ਕਰ ਸਕੂਗਾ, ਉਹ ਕਾਪੀਰਾਈਟ ਹੈ। ਜਿਵੇਂ ਟਰੇਡ ਨੇਮ ਹੁੰਦਾ, ਜਿਵੇਂ ਆਪਾਂ ਟਰੇਡ ਲਾਇਸੈਂਸ ਲੈਂਦੇ ਹਾਂ, ਜਿਵੇਂ ਕੋਈ ਮੇਰਾ ਪਰਟੀਕੂਲਰ ਬਿਜ਼ਨਸ ਦਾ ਨੇਮ ਹੈ ਤਾਂ ਮੈਂ ਚਾਹੁੰਦੀ ਹਾਂ ਵੀ ਮੇਰੇ ਬਿਜ਼ਨਸ ਦਾ ਨੇਮ ਕੋਈ ਕਾਪੀ ਨਾ ਕਰੇ, ਤਾਂ ਉਹਦੇ ਲਈ ਮੈਂ ਟਰੇਡ ਨੇਮ, ਮਤਲਬ ਕਿ ਟਰੇਡ ਨੂੰ ਆਪਦੇ ਨੂੰ ਲਾਇਸੈਂਸ ਲਊਂਗੀ, ਤਾਂ ਉਹ ਮੇਰਾ ਕੋਈ ਪਰਟੀਕੂਲਰ ਨੇਮ ਟਰੇਡ ਦਾ ਯੂਜ਼ ਨਹੀਂ ਕਰ ਪਾਊਗਾ। ਇਹ ਸਾਰੀਆਂ ਤੁਹਾਡੇ ਆ ਗਿਆ ਸੈਕਿੰਡ ਰੀਅਲ ਅਕਾਊਂਟ। ਥਰਡ ਵਨ ਇਜ਼ ਨੋਮੀਨਲ ਅਕਾਊਂਟ। ਨੋਮੀਨਲ ਅਕਾਊਂਟ ਹੁਣ ਆਪਾਂ ਪਰਸਨ ਦੀ ਗੱਲ ਵੀ ਕਰ ਲਈ, ਬਿਜ਼ਨਸ 'ਚ ਬੰਦੇ ਹੁੰਦੇ ਆ ਇਨਵੋਲਵ, ਹੈ ਨਾ, ਟ੍ਰਾਂਜੈਕਸ਼ਨਸ ਦੇ ਵਿੱਚ, ਅਤੇ ਐਸੈਟਸ ਇਨਵੋਲਵ ਹੁੰਦੀਆਂ, ਉਹ ਤਾਂ ਕਲੀਅਰ ਹੋ ਗਈਆਂ। ਪਰ ਬਾਕੀ ਕੁਛ ਚੀਜ਼ਾਂ ਰਹਿ ਗਈਆਂ, ਜਿਵੇਂ ਕੁਛ ਖਰਚੇ ਹੁੰਦੇ ਬਿਜ਼ਨਸ ਦੇ, ਕੁਛ ਪ੍ਰੋਫਿਟਸ ਹੁੰਦੇ ਆ, ਕੁਛ ਲਾਸ ਹੁੰਦੇ ਆ, ਕੁਛ ਇਨਕਮਸ ਹੁੰਦੀਆਂ, ਉਹ ਸਾਰੀਆਂ ਚੀਜ਼ਾਂ ਜੋ ਵੀ ਰਹਿ ਗਈਆਂ ਉੱਪਰ ਦੋ ਅਕਾਊਂਟਸ ਵਿੱਚ, ਉਹ ਸਾਰੀਆਂ ਨੋਮੀਨਲ ਅਕਾਊਂਟ ਦੇ ਅਕੋਰਡਿੰਗ ਐਡ ਔਨ ਕੀਤੀਆਂ ਜਾਣਗੀਆਂ, ਠੀਕ ਹੈ। ਹੁਣ ਆਪਾਂ ਇਹਨਾਂ ਦੇ ਰੂਲਸ ਦੇਖਦੇ ਹਾਂ। ਫਸਟ ਵਨ ਇਜ਼ ਪਰਸਨਲ ਅਕਾਊਂਟ। ਜਿਵੇਂ ਹੁਣ ਤੁਹਾਨੂੰ ਪਹਿਲਾਂ ਦੱਸਿਆ ਗਿਆ ਵੀ ਕਾਊਂਟਿੰਗ ਦੀਆਂ ਦੋ ਸਾਈਡਸ ਆ, ਡੈਬਿਟ ਔਰ ਕ੍ਰੈਡਿਟ ਸਾਈਡ ਹੁੰਦੀ ਹੈ, ਡੈਬਿਟ ਔਰ ਕ੍ਰੈਡਿਟ। ਤਾਂ ਜਦੋਂ ਆਪਾਂ ਐਂਟਰੀ ਪਾਵਾਂਗੇ ਤਾਂ ਇਹ ਰੂਲਸ ਨੂੰ ਧਿਆਨ 'ਚ ਰੱਖਾਂਗੇ। ਜਿਵੇਂ ਪਰਸਨਲ ਅਕਾਊਂਟ ਹੈ, ਪਰਸਨਲ ਅਕਾਊਂਟ ਡੈਬਿਟ ਦਾ ਰਿਸੀਵਰ, ਮਤਲਬ ਕਿ ਜਿਹੜਾ ਬੰਦਾ ਚੀਜ਼ ਨੂੰ ਰਿਸੀਵ ਕਰ ਰਿਹਾ, ਜਦੋਂ ਵੀ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ ਉਹ 'ਚ ਦੋ ਪਰਸਨ ਇਨਵੋਲਵ ਹੁੰਦੇ ਆ, ਉਹ 'ਚ ਤੁਸੀਂ ਦੇਖੋਗੇ ਵੀ ਜਿਹੜਾ ਬੰਦਾ ਚੀਜ਼ ਨੂੰ ਰਿਸੀਵ ਕਰ ਰਿਹਾ ਉਹਨੂੰ ਤੁਸੀਂ ਉੱਪਰ ਵਾਲੀ ਸਾਈਡ ਲਿਖੋਗੇ ਡੈਬਿਟ ਸਾਈਡ, ਜਿਹੜਾ ਬੰਦਾ ਚੀਜ਼ ਨੂੰ ਦੇ ਰਿਹਾ ਉਹ ਨੀਚੇ ਵਾਲੀ ਸਾਈਡ ਆਊਗਾ ਕ੍ਰੈਡਿਟ ਦਾ ਗਿਵਰ। ਡੈਬਿਟ ਸਾਈਡ ਉੱਪਰ, ਡੈਬਿਟ ਸਾਈਡ ਦਾ ਰਿਸੀਵਰ, ਕ੍ਰੈਡਿਟ ਸਾਈਡ ਦਾ ਗਿਵਰ, ਠੀਕ ਹੈ। ਹੁਣ ਇੱਕ ਚੀਜ਼ ਹੋਰ ਹੈ, ਜਦੋਂ ਵੀ ਤੁਸੀਂ ਜਰਨਲ ਐਂਟਰੀ ਕੋਈ ਕਰੋਗੇ ਕੋਈ ਵੀ ਟ੍ਰਾਂਜੈਕਸ਼ਨ ਦੀ, ਜ਼ਰੂਰੀ ਨਹੀਂ ਵੀ ਉਹ 'ਚ ਸਿਰਫ ਇੱਕ ਅਕਾਊਂਟ ਹੀ ਇਨਵੋਲਵ ਹੋਊਗਾ। ਜਿਵੇਂ ਆਪਾਂ ਕਹੀਏ ਵੀ ਇਕੱਲੇ ਪਰਸਨਲ ਅਕਾਊਂਟ ਹੀ ਇਨਵੋਲਵ ਹੋਊਗਾ, ਨਹੀਂ, ਉਹਦੇ 'ਚ ਐਂ ਵੀ ਹੋ ਸਕਦਾ ਵੀ ਤਿੰਨੇ ਅਕਾਊਂਟ ਵੀ ਇਨਵੋਲਵ ਹੋ ਸਕਦੇ ਆ, ਇਹਨਾਂ 'ਚੋਂ ਦੋ ਅਕਾਊਂਟ ਵੀ ਇਨਵੋਲਵ ਹੋ ਸਕਦੇ ਆ। ਉਹ ਤੁਸੀਂ ਐਂਟਰੀ ਉਸ ਅਕੋਰਡਿੰਗ ਪਾਓਗੇ, ਐਂਟਰੀ ਨੂੰ ਸਮਝ ਕੇ ਐਨਾਲਾਈਜ਼ ਕਰਕੇ ਉਹ 'ਚ ਦੇਖੋਗੇ ਕਿਹੜੀਆਂ ਦੋ ਪਾਰਟੀਜ਼ ਇਨਵੋਲਵ ਹੋ ਰਹੀਆਂ ਅਤੇ ਉਹਨਾਂ ਦਾ ਕਿਵੇਂ ਆਪਾਂ ਉਹਦੀ ਐਂਟਰੀ ਰਿਕਾਰਡ ਕਰਨੀ ਆ, ਠੀਕ ਹੈ। ਨੈਕਸਟ ਵਨ ਇਜ਼ ਰੀਅਲ ਅਕਾਊਂਟ। ਰੀਅਲ ਅਕਾਊਂਟ 'ਚ ਵੀ ਡੈਬਿਟ ਸਾਈਡ ਹੁੰਦਾ, ਦੈਟ ਵਟ ਕਮਜ਼ ਇਨ, ਉਹ ਵਾਲੀ ਚੀਜ਼ ਜਿਹੜੀ ਤੁਹਾਡੇ ਬਿਜ਼ਨਸ 'ਚ ਆ ਰਹੀ ਹੈ। ਜਿਵੇਂ ਕਿ ਮੈਂ ਕੋਈ ਮਸ਼ੀਨਰੀ ਖਰੀਦੀ ਹੈ ਤਾਂ ਓਬਵੀਅਸਲੀ ਇਹ ਮਸ਼ੀਨਰੀ ਮੇਰੇ ਬਿਜ਼ਨਸ 'ਚ ਆ ਰਹੀ ਹੈ, ਤਾਂ ਉਹ ਕੀ ਆ ਗਈ, ਵਟ ਕਮਜ਼ ਇਨ। ਹੁਣ ਜੇ ਮੈਂ ਮਸ਼ੀਨ ਖਰੀਦੂੰਗੀ ਤਾਂ ਉਹਦੇ ਬਦਲੇ ਮੇਰੇ ਕੋਲੋਂ ਕੀ ਜਾਊਗਾ, ਪੈਸਾ, ਤਾਂ ਕ੍ਰੈਡਿਟ ਸਾਈਡ ਕੀ ਆ ਜਾਊਗਾ, ਵਟ ਗੋਜ਼ ਆਊਟ, ਕਲੀਅਰ। ਨੈਕਸਟ ਵਨ ਇਜ਼ ਨੋਮੀਨਲ ਅਕਾਊਂਟ। ਨੋਮੀਨਲ ਅਕਾਊਂਟ 'ਚ ਹੁੰਦਾ ਜਿੰਨੇ ਵੀ ਤੁਹਾਡੇ ਖਰਚੇ ਆ ਬਿਜ਼ਨਸ ਦੇ, ਜਿੰਨੇ ਵੀ ਤੁਹਾਡੇ ਲਾਸ ਹੋਈ ਜਾਂਦੇ ਆ, ਜਿੰਨਾ ਤੁਹਾਨੂੰ ਘਾਟਾ ਪੈ ਰਿਹਾ, ਉਹ ਸਾਰਾ ਤੁਸੀਂ ਡੈਬਿਟ ਸਾਈਡ ਨੋਟ ਕਰੋਗੇ। ਜਿੰਨੇ ਵੀ ਤੁਹਾਨੂੰ ਬਿਜ਼ਨਸ 'ਚ ਪੈਸਾ ਆ ਰਿਹਾ, ਇਨਕਮਸ ਹੈ, ਗੇਨਸ ਹੈ, ਉਹ ਸਾਰੀਆਂ ਤੁਸੀਂ ਕ੍ਰੈਡਿਟ ਸਾਈਡ ਨੋਟ ਕਰੋਗੇ, ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਕੁਛ ਐਗਜ਼ਾਮਪਲਸ ਨਾਲ ਸਮਝਾ ਦਿੰਦੀ ਹਾਂ। ਸਿੰਪਲ ਐਗਜ਼ਾਮਪਲ, ਕੋਈ ਨਿਊਮੈਰੀਕਲਸ ਨਹੀਂ ਹੈ, ਜਸਟ ਐਗਜ਼ਾਮਪਲ ਵੀ, ਤਾਂ ਕਿ ਤੁਹਾਨੂੰ ਗੋਲਡਨ ਰੂਲ ਅੰਡਰਸਟੂਡ ਹੋ ਜਾਣ। ਜਿਵੇਂ ਐਂਟਰੀ ਤੁਹਾਨੂੰ ਦਿੱਤੀ ਹੈ ਪਰਚੇਜ਼ਡ ਮਸ਼ੀਨਰੀ, ਇਹ ਤੁਹਾਨੂੰ ਐਂਟਰੀ ਦਿੱਤੀ ਹੈ ਨਾ ਬਿਜ਼ਨਸ ਦੇ ਵਿੱਚ, ਪਰਚੇਜ਼ ਮਸ਼ੀਨਰੀ 40,000, ਮਤਲਬ ਕਿ ਤੁਸੀਂ ਮਸ਼ੀਨ ਖਰੀਦੀ ਹੈ 40,000 ਦੀ। ਹੁਣ ਪਹਿਲਾਂ ਤੁਸੀਂ ਇਹ ਐਂਟਰੀ ਪੜ੍ਹੋਗੇ, ਪਰਚੇਜ਼ ਮਸ਼ੀਨਰੀ 40,000, ਕਲੀਅਰ। ਹੁਣ ਇਹ ਤਾਂ ਆਪਾਂ ਨੂੰ ਸਮਝ ਆ ਰਿਹਾ ਵੀ ਮਸ਼ੀਨ ਖਰੀਦੀ ਹੈ 40,000 ਦੀ, ਠੀਕ ਹੈ। ਹੁਣ ਇਹ 'ਚ ਦੋ ਚੀਜ਼ਾਂ ਇਨਵੋਲਵ ਹੋਣਗੀਆਂ, ਇੱਕ ਤਾਂ ਕਿਹੜੀ ਹੈ, ਪਹਿਲਾਂ ਆਪਾਂ ਅਕਾਊਂਟ ਵੈਰੀਫਾਈ ਕਰਾਂਗੇ, ਦੋ, ਇੱਕ ਹੈਗੀ ਆ ਮਸ਼ੀਨ, ਕਿਉਂਕਿ ਆਪਾਂ ਮਸ਼ੀਨ ਖਰੀਦੀ ਆ। ਹੁਣ ਮਸ਼ੀਨ ਕਾਹਦੀ ਖਰੀਦੀ ਹੈ, ਕੈਸ਼, ਤਾਂ ਦੋ ਅਕਾਊਂਟ ਇਨਵੋਲਵ ਹੋ ਗਏ, ਠੀਕ ਹੈ। ਹੁਣ ਦੋ ਅਕਾਊਂਟ ਦੇ ਵਿੱਚ ਆਪਾਂ ਦੇਖ ਲਾਂਗੇ ਮਸ਼ੀਨ ਕੀ ਹੈ, ਦੋਨੋਂ ਅਕਾਊਂਟ ਨੂੰ ਅੱਗੇ ਐਨਾਲਾਈਜ਼ ਕਰੋ। ਇਹ ਹੁਣ ਤੁਹਾਨੂੰ ਜਦੋਂ ਤੁਸੀਂ ਸਟਾਰਟਿੰਗ ਕਰਦੇ ਹੋ ਤਾਂ ਥੋੜ੍ਹੀ ਡਿਫੀਕਲਟ ਲੱਗੇਗਾ, ਅੱਗੇ ਤੁਹਾਨੂੰ ਈਜ਼ੀ ਹੋ ਜਾਊਗਾ, ਠੀਕ ਹੈ।
ਮਸ਼ੀਨਰੀ, ਮਸ਼ੀਨ ਔਰ ਕੈਸ਼ ਹੈ। ਮਸ਼ੀਨ ਹੁਣ ਕਾਹਦੇ 'ਚ ਆਉਂਦਾ, ਇਹਨਾਂ ਤਿੰਨਾਂ ਅਕਾਊਂਟਸ 'ਚ ਕਿਹੜੇ 'ਚ ਆਊਗਾ? ਪਰਸਨ ਤਾਂ ਹੈ ਨਹੀਂ ਮਸ਼ੀਨ, ਤਾਂ ਕੀ ਹੈ ਮਸ਼ੀਨ? ਐਸਟ ਹੈ। ਤਾਂ ਕਿਹੜੇ ਅਕਾਊਂਟ ਦਾ ਪਾਰਟ ਹੈ? ਰੀਅਲ ਅਕਾਊਂਟ। ਕੈਸ਼, ਕੈਸ਼ ਵੀ ਆਪਣੀ ਐਸਟ ਹੈ, ਕਰੰਟ ਐਸਟ, ਤਾਂ ਇਹ ਵੀ ਰੀਅਲ ਅਕਾਊਂਟ ਦਾ ਪਾਰਟ ਹੈ। ਹੁਣ ਰੀਅਲ ਅਕਾਊਂਟ ਦੋਨੇ ਆ ਗਏ, ਠੀਕ ਹੈ। ਹੁਣ ਰੂਲ ਦੇਖ ਲਓ, ਡੈਬਿਟ ਸਾਈਡ ਵਟ ਕਮਸ ਇਨ, ਆਇਆ ਕੀ ਹੈ? ਕੈਸ਼ ਆਇਆ ਕਿ ਮਸ਼ੀਨਰੀ ਆਈ ਹੈ? ਤਾਂ ਮਸ਼ੀਨਰੀ ਆਈ ਹੈ। ਇੱਥੇ ਆਪਾਂ ਲਿਖ ਦਾਂਗੇ ਮਸ਼ੀਨਰੀ ਅਕਾਊਂਟ, ਅਤੇ ਗਿਆ ਕੀ ਹੈ? ਕੈਸ਼, ਟੂ ਕੈਸ਼ ਅਕਾਊਂਟ, ਠੀਕ ਹੈ। ਇਹਦਾ ਵੀ ਹੁਣ ਜਦੋਂ ਤੁਸੀਂ ਜਰਨਲ ਕਰੋਗੇ ਇੱਕ ਸਪੈਸੀਫਿਕ ਫਾਰਮੈਟ ਹੁੰਦਾ ਜਿਵੇਂ ਸਭ ਤੋਂ ਪਹਿਲਾਂ ਡੇਟ ਲਿਖੀ ਜਾਂਦੀ ਹੈ, ਫਿਰ ਆ ਪਰਟੀਕੂਲਰ 'ਚ ਲਿਖੀ ਜਾਂਦੀ ਹੈ ਸਾਰੀ ਚੀਜ਼, ਫਿਰ ਇੱਕ LF ਦਾ ਕਾਲਮ ਹੁੰਦਾ ਔਰ ਇੱਕ ਇਹ ਤੁਹਾਨੂੰ ਕਾਲਮ ਯਾਦ ਹੋ ਜਾਣਗੇ ਜਦੋਂ ਆਪਾਂ ਚੈਪਟਰ ਸਟਾਰਟ ਕਰਾਂਗੇ ਐਕਚੁਅਲ 'ਚ, ਉਦੋਂ ਤੁਹਾਨੂੰ ਦੱਸਿਆ ਜਾਊਗਾ। ਜਿਹੜੀ ਚੀਜ਼ ਹੁਣ ਆਹ ਮਸ਼ੀਨਰੀ ਹੈ ਡੈਬਿਟ ਆ, ਅਤੇ ਕਿਵੇਂ ਪਤਾ ਲੱਗੂ? ਇੱਥੇ ਤੁਹਾਨੂੰ ਡੈਬਿਟ ਲਿਖਣਾ ਪਊਗਾ, ਅਤੇ ਕ੍ਰੈਡਿਟ ਸਾਈਡ ਦਾ ਕਿਵੇਂ ਪਤਾ ਲੱਗਣਾ? ਉਹਦੇ ਅੱਗੇ ਟੂ ਲਿਖਿਆ ਹੁੰਦਾ, ਟੂ ਕੈਸ਼ ਅਕਾਊਂਟ, ਠੀਕ ਹੈ। ਕਲੀਅਰ ਹੈ? ਇਹ ਜਰਨਲ ਤੁਹਾਡਾ ਕੰਸੈਪਟ ਸੀਗਾ ਸਿੰਪਲ। ਅਤੇ ਹੋਰ ਆਪਾਂ ਇੱਕ ਹੋਰ ਐਂਟਰੀ ਕਰ ਲੈਂਦੇ ਹਾਂ, ਜਿਵੇਂ ਸੈਕਿੰਡ ਐਂਟਰੀ ਤੁਸੀਂ ਕਰ ਸਕਦੇ ਹੋ, ਗੁੱਡਸ ਸੋਲਡ ਫॉर ਕੈਸ਼, ਚੀਜ਼ਾਂ ਵੇਚੀਆਂ ਫॉर ਕੈਸ਼ 12,000 ਦੀਆਂ ਮੈਂ ਕੁਝ ਚੀਜ਼ਾਂ ਸੇਲ ਕੀਤੀਆਂ। ਹੁਣ ਇਹ 'ਚ ਵੀ ਤੁਸੀਂ ਪਹਿਲਾਂ ਦੋ ਅਕਾਊਂਟ ਵੈਰੀਫਾਈ ਕਰੋਗੇ ਕਿਹੜੇ ਕਿਹੜੇ ਆ। ਇੱਕ ਤਾਂ ਸਿੱਧਾ ਪਤਾ ਗੁੱਡਸ ਸੋਲਡ ਮਤਲਬ ਚੀਜ਼ਾਂ ਸੇਲ ਕੀਤੀਆਂ, ਪਹਿਲਾਂ ਤਾਂ ਇਹ ਹੋ ਜਾਊਗਾ। ਦੂਜਾ ਫॉर ਕੈਸ਼, ਕੈਸ਼ ਵਾਸਤੇ ਸੇਲ ਕੀਤੀਆਂ। ਹੁਣ ਆਪਾਂ ਦੇਖਾਂਗੇ ਗੁੱਡਸ ਸੇਲ ਹੈ, ਇਹ ਤਾਂ ਹੁਣ ਗੁੱਡਸ ਸੇਲ ਤਾਂ ਕਿਸੇ 'ਚ ਵੀ ਨਹੀਂ ਆਉਂਦਾ, ਨਾ ਤਾਂ ਪਰਸਨ ਆ ਨਾ ਕੋਈ ਉਹ ਆਉਂਦੀ ਹੈ। ਪਰ ਜੇ ਆਪਾਂ ਗੁੱਡਸ ਦੀ ਗੱਲ ਕਰੀਏ ਤਾਂ ਗੁੱਡਸ ਕੀ ਹੈ? ਗੁੱਡਸ ਆਪਾਂ ਸੇਲ ਆਊਟ ਕੀਤੀ ਹੈ, ਤਾਂ ਜਿਹੜੀ ਸੇਲ ਵਾਲੀ ਚੀਜ਼ਾਂ ਰੀਪ੍ਰਜੈਂਟ ਕਰ ਰਹੀ ਹੈ, ਜਿਹੜਾ ਆਪਾਂ ਆਹ ਵਾਲਾ ਅਕਾਊਂਟ ਕੀਤਾ ਸੀ ਇਸ ਦੇ ਅਕੋਰਡਿੰਗ ਆਪਾਂ ਇਹਦੀ ਐਂਟਰੀ ਬਣਾਵਾਂਗੇ, ਠੀਕ ਹੈ। ਹੁਣ ਸਿੰਪਲ ਹੈ, ਗੁੱਡਸ ਸੋਲਡ ਫॉर ਕੈਸ਼ ਹੈ, ਤਾਂ ਇਹਦੇ 'ਚ ਆਪਣੇ ਕੋਲ ਆਇਆ ਕੀ ਹੈ? ਵਟ ਕਮਸ ਇਨ ਕੈਸ਼ ਰੀਅਲ ਅਕਾਊਂਟ ਹੈ, ਵਟ ਕਮਸ ਇਨ ਕੈਸ਼ ਅਕਾਊਂਟ ਡੈਬਿਟ। ਇੱਥੇ ਗੁੱਡਸ ਨਹੀਂ ਲਿਖਾਂਗੇ, ਟੂ ਸੇਲਸ ਅਕਾਊਂਟ। ਜੋ ਸੇਲ ਪਰਚੇਜ਼ ਹੁੰਦੀ ਹੈ ਇਹਦਾ ਵੀ ਇੱਕ ਲੌਜਿਕ ਹੁੰਦਾ, ਮਤਲਬ ਪਰਚੇਜ਼ਸ ਜਿਵੇਂ ਡੈਬਿਟ ਸਾਈਡ ਆਪਾਂ ਕਹਿੰਦੇ ਹਾਂ ਔਰ ਸੇਲਸ ਕ੍ਰੈਡਿਟ ਸਾਈਡ ਹੁੰਦੀਆਂ, ਤਾਂ ਉਹ ਵੀ ਇੱਕ ਵਿਊ ਪੁਆਇੰਟ ਮਿਕਸ ਆਊਟ ਹੁੰਦਾ ਇਹਦੇ ਵਿੱਚ। ਔਰ ਇੱਕ ਜਿਵੇਂ ਗੁੱਡਸ ਆਪਾਂ ਸੇਲ ਕਰਦੇ ਹਾਂ ਤਾਂ ਜਿਹੜੀ ਚੀਜ਼ ਹੁਣ ਜਿਵੇਂ ਜਾ ਰਹੀ ਹੈ ਵਟ ਗੋਜ਼ ਆਊਟ ਵੀ ਕਹਿ ਸਕਦੇ ਹੋ, ਠੀਕ ਹੈ। ਜੇ ਤੇ ਪਰਸਨ ਹੁੰਦਾ ਫਿਰ ਆਪਾਂ ਗਿਵਰ ਦੇ ਅਕੋਰਡਿੰਗ ਐਂਟਰੀ ਕਰ ਲੈਂਦੇ। ਤਾਂ ਕੈਸ਼ ਅਕਾਊਂਟ ਡੈਬਿਟ ਟੂ ਸੇਲਸ, ਇੱਥੇ ਤੁਸੀਂ ਉਹਦੀ ਅਮਾਊਂਟ ਰਿਕਾਰਡ ਕਰ ਦੋਗੇ। ਇਹ ਕੁਛ ਸਮਾਲ ਕੰਸੈਪਟ ਸੀਗਾ ਅੱਜ ਦੀ ਵੀਡੀਓ ਲਈ। ਨੈਕਸਟ ਵੀਡੀਓ 'ਚ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ ਵਿਦ ਫੁੱਲ ਫਲੈਜ ਨਿਊਮੈਰੀਕਲਸ। ਥੈਂਕ ਯੂ, ਹੈਵ ਅ ਨਾਈਸ ਡੇ।